ਨਹੀਂ ਆਈ ਦੇ ਭਾਜੀ ਲਾਤ ਕੇ ਅਜੇ ਤੱਕ ਅੱਡੇ ਤੇ ਨਹੀਂ ਹੋਏ, ਜਿੰਦੇ ਆ ਹੁਣ ਹੋਏ ਨੇ। ਗੱਡੀਆਂ ਦਾ ਫੇਰਾ ਹੀ ਕੋਈ ਨਹੀਂ ਹੁਣ ਬੰਦਾ। ਸਾਡਾ ਕਾਰੋਬਾਰ ਵੀ ਅੱਡੇ ਤੇ ਤਕਰੀਬਨ ਐਸੇ ਵਜ੍ਹਾ ਨਾਲ ਹੀ ਹੈ, ਗੱਡੀਆਂ ਦੀ ਟਰਾਂਸਪੋਰਟ ਦੀ ਵਜ੍ਹਾ ਨਾਲ ਹੀ ਸਵਾਰੀਆਂ ਆਉਣ ਤੇ ਕਾਰੋਬਾਰ ਚੱਲਦਾ ਹੈ। ਇਹ ਕਸਟਮਰ ਤੁਹਾਡੇ ਸਾਹਮਣੇ ਸਵਾਰੀਆਂ ਦਾ ਹੀ ਕੋਈ ਨਹੀਂ ਤੇ ਦੁਕਾਨਦਾਰ ਦਾ ਕਿੱਥੋਂ ਹੋਣਾ। ਇਹ ਪੂਰੇ ਗੁਜਰਾਤ ਲਾਰੀ ਅੱਡੇ ਦੇ ਵਿੱਚ ਕਮੋਵੇਸ਼ 500 ਤੋਂ 1000 ਗੱਡੀ ਹੈ। 500 ਤੋਂ 1000 ਗੱਡੀ ਦੇ ਵਿੱਚ ਇੱਕ ਵੀ ਇਲੈਕਟ੍ਰਿਕ ਗੱਡੀ ਨਹੀਂ ਹੈ। ਇਸ ਤੋਂ ਬੁਰੀ ਕੰਡੀਸ਼ਨ ਮੈਂ ਅੱਜ ਦੇ ਦਿਨ ਤੱਕ ਵੇਖੀ ਨਹੀਂ ਹੈ। 25 ਸਾਲਾਂ ਵਿੱਚ ਨਹੀਂ ਵੇਖੀ। ਬਹੁਤ ਜ਼ਿਆਦਾ ਘਾਟਾ ਸਾਡਾ, ਕਮ ਸੇ ਕਮ 1 ਕਰੋੜ ਰੁਪਏ ਦਾ ਜਿਹੜਾ ਹੈ ਨਾ ਸ਼ਾਹ ਸਾਹਿਬ ਨੂੰ ਘਾਟਾ ਪਿਆ ਹੈ। ਜਿੰਨੀ ਦੇਰ ਇਮਰਾਨ ਖਾਨ ਦਾ ਦੌਰ ਹੈ ਤੇ ਕਾਰੋਬਾਰ ਖੁਸ਼ਹਾਲ ਰਹੇ ਨੇ। ਜਿਉਂ ਹਕੂਮਤ ਆਈ ਹੈ ਨੂਨ ਲੀਗ ਦੀ ਤੇ ਕਾਰੋਬਾਰ ਠੱਪ ਹੋ ਗਏ ਨੇ। ਹੁਣ ਲਾਕਡਾਊਨ ਲੱਗ ਗਿਆ, ਅਸੀਂ ਵਿਹਲੇ ਬੈਠੇ ਹਾਂ, 8 ਵਜੇ ਉਹਨੂੰ ਬੰਦ ਕਰ ਛੱਡਣਾ। ਮੇਰੇ ਅੰਦਾਜ਼ੇ ਦੇ ਮੁਤਾਬਕ ਤਬਾਹ ਹੋ ਗਿਆ, ਲਾਰੀ ਅੱਡਾ ਬਿਲਕੁਲ ਖਤਮ ਹੋ ਗਿਆ। ਅਸੀਂ ਕਾਰੋਬਾਰੀ ਵੇਖ ਲਓ ਸਾਰੇ ਕੰਮ ਕਿ ਟਰਾਂਸਪੋਰਟ ਸਾਰੀ ਅੱਧੀ ਹੋ ਗਈ ਹੈ। ਕਿਸੇ ਗੱਡੀ ਦੇ ਵਿੱਚ ਕੋਈ ਦੋ ਸਵਾਰੀ ਤੋਂ ਉੱਤੇ नहीं है। अस्सलाम वालेकुम नाजरीन, मैं हूं आपका मेज़बान फुरकान हमीद मुगल और आप देख रहे हैं न्यूज़ गुजरात। नाजरीन, लारी अड्डा या ट्रांसपोर्ट किसी भी शहर की ज़रूरत होती है। आपको बताता चलूं कि लारी अड्डा गुजरात में मौजूद हूं और यहाँ हम मौजूद हैं क्योंकि गुजरात लारी अड्डा अब ठेकेदारों के नज़दीक और दुकानदारों के नज़दीक बिल्कुल तबाह होकर रह चुका है। और इसकी बड़ी वजह पेट्रोल मसनूआत और दूसरी अशिया की महंगाई है, डीज़ल की महंगाई है। मुतलका ठेकेदारान हजरात से और दुकानदार हजरात से जो कि लारी अड्डा पे मौजूद हैं, उनकी ज़िंदगी में क्या फ़र्क पड़ा? क्या आज से पहले लारी अड्डा ज़्यादा बेहतर था कि अब का लारी अड्डा ज़्यादा बेहतर है? ਸਰ ਜੀ ਸਾਨੂੰ ਕੋਈ 14-15 ਸਾਲ ਹੋ ਗਏ ਨੇ। ਅੱਗੇ ਤੇ ਹਾਲਾਤ ਕਾਫੀ ਅੱਛੇ ਸਨ। ਜਦੋਂ ਦਾ ਹਕੂਮਤ ਮਾਸ਼ਾਅੱਲਾ ਪੈਟਰੋਲ ਮਹਿੰਗਾ ਕੀਤਾ ਤੇ ਹਾਲਾਤ ਬਹੁਤ ਖਰਾਬ ਹੋ ਗਏ ਨੇ। ठीक है जी, कितने साल हो गए जेडे ते? ਤਕਰੀਬਨ 14-15 ਸਾਲ ਹੋ ਚੁੱਕੇ। ਇਹੋ ਜਿਹੇ ਹਾਲਾਤ ਪਹਿਲੇ ਕਦੀ ਦੇਖੇ ਨਹੀਂ? ਆਏ ਹੀ ਨਹੀਂ ਆਏ ਦੇ ਹਾਲਾਤ। ਕੀ ਸਮਝਦੇ ਕੀ ਵਜ੍ਹਾ ਹੋ ਸਕਦੀ ਹੈ ਇਹਨਾਂ ਦੀ? ਵਜ੍ਹਾ ਇਹਨਾਂ ਦੀਆਂ ਪਾਲਿਸੀਆਂ ਹੀ, ਮਹਿੰਗਾਈ, ਪੈਟਰੋਲ, ਆਵਾਮ ਨਾਲ ਤਾਵਨ ਕੋਈ ਨਹੀਂ, ਤੰਗ ਆ ਗਈ ਹੈ ਆਵਾਮ। ਹੁਣ ਤੇ ਤੁਹਾਡੇ ਸਾਹਮਣੇ ਹੀ ਹੈ, ਗਰਮੀ ਵੀ ਹੈ ਫਿਰ ਵੀ ਕਾਰੋਬਾਰ ਕੋਈ ਨਹੀਂ ਕਿਉਂਕਿ ਅੱਡੇ ਤੇ ਟਰਾਂਸਪੋਰਟ ਚੱਲੇਗੀ ਤੇ ਬੰਦੇ ਵੜਨਗੇ ਨਾ। ਕੋਈ ਬੰਦਾ ਨਹੀਂ, ਸਵਾਰੀ ਹੈ ਹੀ ਕੋਈ ਨਹੀਂ। ਕਿਰਾਇਆ ਵੇਖ ਕੇ ਬੰਦੇ ਵਾਪਸ ਚਲੇ ਜਾਂਦੇ ਨੇ। ਤਕਰੀਬਨ ਲਾਹੌਰ ਦੇ ਕਿਰਾਇਆ 1000 ਰੁਪਇਆ ਹੋ ਗਏ ਆ, ਅੰਦਾਜ਼ਾ ਕਰ ਲਓ। ਫਿਰ ਬੰਦੇ ਸਵਾਰੀ ਕਿੱਥੋਂ ਜਾਣਾ? 2000 ਸਿਰਫ ਆਉਣ ਜਾਣ ਦਾ ਹੀ ਹੈ ਹਾਲੀ, ਤੇ ਬਹੁਤ ਮੁਸ਼ਕਿਲ ਹੈ। ਕੀ ਸਮਝਦੇ ਹੋ ਅੱਡਾ ਬਿਹਤਰ ਕਿਵੇਂ ਹੋ ਸਕਦਾ ਹੈ? ਅੱਡਾ ਅੱਲਾ ਖੈਰ ਕਰੇਗਾ ਇਨਸ਼ਾਅੱਲਾ। ਕੋਈ ਹਾਲਾਤ ਠੀਕ ਹੋਣ, ਪੈਟਰੋਲ ਸਸਤਾ ਹੋਵੇ, ਸਵਾਰੀ ਦਾ ਕਿਰਾਇਆ ਘਟੇ ਤੇ ਜਿਹੜਾ ਮੇਰੇ ਉਮੀਦ ਹੈ ਕਿ ਅੱਡਾ ਠੀਕ ਹੋ ਜਾਏਗਾ। ਅੱਡੇ ਤੇ ਤਕਰੀਬਨ 14-15 ਸਾਲ ਹੋ ਗਏ ਨੇ। 14-15 ਸਾਲ ਹੋ ਗਏ ਜੀ ਅੱਡੇ ਤੇ ਕੀ ਵੇਖਦੇ ਹੋ ਕਿ ਅੱਡੇ ਦੇ ਹਾਲਾਤ 14-15 ਸਾਲ ਪਹਿਲੇ ਠੀਕ ਹੈ ਕਿ ਹੁਣ ਠੀਕ ਨੇ? ਭਾਜੀ ਪਹਿਲਾਂ ਠੀਕ ਹੈ, ਹੁਣ ਕੰਮ ਕੋਈ ਨਹੀਂ, ਕੰਮ ਬਹੁਤ ਘੱਟ ਹੀ ਜਾ ਰਿਹਾ ਹੈ। ਆਪਣੇ ਸਾਡੇ ਸੰਸ਼ਾ ਸਾਹਿਬ ਨੇ ਉਹਨਾਂ ਠੇਕਾ ਲਿਆ ਹੈ, ਅਸੀਂ ਉਹਨਾਂ ਕੋਲ ਠੇਕੇਦਾਰੀ ਮੁਲਾਜ਼ਮਤ ਕਰ ਰਹੇ ਹਾਂ ਤੇ ਕੰਮ ਨੁਕਸਾਨ 'ਚ ਜਾ ਰਿਹਾ ਹੈ। ਅੱਛਾ, ਇਸ ਬਾਰੇ ਨਾਲ ਮੈਨੂੰ ਇਹ ਵੀ ਦੱਸਿਓ ਕਿ ਅੱਡੇ ਦੇ ਕੀ ਸਮਝਦੇ ਹੋ ਹਾਲਾਤ ਬਿਹਤਰ ਕਿਵੇਂ ਹੋ ਸਕਦੇ ਨੇ? ਭਾਜੀ ਵੇਖੋ ਅੱਡੇ ਦੇ ਹਾਲਾਤ ਬਿਹਤਰ ਕਿਸ ਤਰ੍ਹਾਂ? ਹੁਣ ਮਹਿੰਗਾਈ ਹੈ ਬਹੁਤ ਜ਼ਿਆਦਾ, ਆਵਾਮ ਕੋਲ ਕੋਈ ਪੈਸਾ ਹੀ ਨਹੀਂ ਕਿ ਜਿਹੜੀ ਆਵਾਮ ਆ ਕਿਧਰੇ ਆਵੇ ਜਾ ਸਕੇ। ਮਹਿੰਗਾਈ ਬਹੁਤ ਜ਼ਿਆਦਾ, ਮਹਿੰਗਾਈ ਨੇ ਮੱਤ ਮਾਰੀ ਹੈ, ਬੰਦਾ ਕੀ ਕਰ ਸਕਦਾ ਹੈ? ਫਿਰ ਤੇ ਠੇਕਿਆਂ ਦੇ ਵੀ ਜਿਹੜਾ ਨਾ ਉਹ ਹਾਲਾਤ ਮੁਸ਼ਕਲ ਹੋਏ ਹੋਣੇ ਨੇ ਜਿਨ੍ਹਾਂ ਬੰਦਾ ਲਏ ਨੇ। ਜੀ ਬਹੁਤ ਜ਼ਿਆਦਾ ਭਾਜੀ ਮੁਸ਼ਕਲ ਹੋਏ ਨੇ, ਬਹੁਤ ਜ਼ਿਆਦਾ ਘਾਟਾ ਸਾਡਾ, ਕਮ ਸੇ ਕਮ 1 ਕਰੋੜ ਰੁਪਏ ਦਾ ਜਿਹੜਾ ਹੈ ਨਾ ਸ਼ਾਹ ਸਾਹਿਬ ਨੂੰ ਘਾਟਾ ਪਿਆ ਹੈ। ਅੱਗੋਂ ਕੰਮ ਨਹੀਂ ਚੱਲ ਰਿਹਾ, ਕੰਮ ਦੀ ਨਿਸਬਤ ਜਿਹੜੀ ਹੈ ਰਮਜ਼ਾਨ ਬੜੀ ਲੱਗਦੀ ਸੀ, ਪਰ ਇਹ ਤੋਂ ਬਾਅਦ ਵੀ ਕੰਮ ਨਹੀਂ ਹੋਇਆ, ਕੰਮ ਨਹੀਂ ਚੱਲਿਆ। ਆਖਰ ਤੇ ਬਸ ਇਹ ਦੱਸ ਦਿਓ ਕਿ ਕਿਆ ਤੁਸੀਂ ਆਪਣੇ 15 ਸਾਲ ਕਿਹਾ ਜੀ ਨਾ? ਜੀ ਜੀ। ਕਿਆ ਤੁਸੀਂ ਆਪਣੇ 15 ਸਾਲ ਦੇ ਕੈਰੀਅਰ ਵਿੱਚ ਅੱਡੇ ਦੇ ਐਂ ਦੇ ਹਾਲਾਤ ਵੇਖੇ ਨੇ ਕਿ ਨਹੀਂ? ਨਹੀਂ ਆਈ ਦੇ ਭਾਜੀ ਲਾਤ ਕੇ ਅਜੇ ਤੱਕ ਅੱਡੇ ਤੇ ਨਹੀਂ ਹੋਏ, ਜਿੰਦੇ ਆ ਹੁਣ ਹੋਏ ਨੇ। ਅੱਛਾ ਸਰ, ਦੱਸਿਓ ਸਭ ਤੋਂ ਪਹਿਲੇ ਕਿ ਲਾਰੀ ਅੱਡੇ ਦੇ ਇਸ ਟਾਈਮ ਹਾਲਾਤ ਕੀ ਨੇ ਤੇ ਲਾਰੀ ਅੱਡੇ ਤੁਹਾਨੂੰ ਕਿੰਨਾ ਅਰਸਾ ਹੋ ਗਿਆ? ਕੀ ਕਹਿੰਦੇ ਹੋ ਕਿ ਲਾਰੀ ਅੱਡੇ ਵੀ ਤੁਸੀਂ ਬਿਹਤਰੀ ਵੇਖੀ ਹੈ ਕਿ ਲਾਰੀ ਅੱਡਾ ਹੁਣ ਤਬਾਹ ਹੋ ਕੇ ਰਹਿ ਗਿਆ? ਸਰ ਤਕਰੀਬਨ 13 ਤੋਂ 14 ਸਾਲ ਹੋ ਗਏ ਨੇ ਲਾਰੀ ਅੱਡੇ ਮੈਨੂੰ। ਸਹੀ ਹੈ। ਇਹ ਦੁਕਾਨ ਬਣਾਇਆ ਤੇ ਇੱਕ ਵਕਤ ਸੀ ਇੱਥੋਂ ਇੱਕ ਗੁਜਰਾਂਵਾਲੇ ਤੋਂ ਲਾਹੌਰ ਦਾ ਸਟੈਂਡ ਜਾਂ ਗੁਜਰਾਂਵਾਲਾ ਸਟੈਂਡ ਜਾਂ ਲਾਹੌਰ ਦਾ ਸਟੈਂਡ ਕਰ ਲਓ, ਉੱਥੋਂ ਡੇਲੀ ਦੀ ਕਮ ਸੇ ਕਮ 100 ਟਿਓਟਾ ਜਾ ਰਿਹਾ ਸੀ, 60 ਬਕਸਾ ਜਾ ਰਿਹਾ ਸੀ ਤੇ ਤਕਰੀਬਨ 20 ਕੋਸਟਾਂ ਵੀ ਜਾ ਰਹੀਆਂ ਹਨ ਲਾਹੌਰ ਸ਼ਹਿਰ ਦੀਆਂ। ਤੇ ਅਗਰ ਅੱਜ ਤੋਂ 10 ਸਾਲ ਪਹਿਲਾਂ ਦੀ ਗੱਲ ਹੈ ਤੇ ਅੱਜ ਦੀ ਤਾਰੀਖ ਦੇ ਵਿੱਚ ਅਗਰ ਇਹਨਾਂ ਨੂੰ ਕਾਊਂਟ ਕੀਤਾ ਜਾਏ ਨਾ ਤਾਂ ਤਿੰਨਾਂ ਚੀਜ਼ਾਂ ਨੂੰ ਮਿਲਾ ਕੇ ਵੀ ਨਾ ਰਾਤੀ 20 ਗੱਡੀਆਂ ਨਹੀਂ ਜਾ ਰਹੀਆਂ। ਇਹਦੇ ਵਿੱਚ ਚਲੋ ਠੀਕ ਹੈ, ਇਹਨਾਂ ਲੋਕਾਂ ਦੇ ਵੀ ਹਰੇ ਕੁਝ ਮਾਮਲਾਤ ਹੋ ਸਕਦੇ ਨੇ, ਲੇਕਿਨ ਸਰਕਾਰੀ ਤੌਰ 'ਤੇ ਜਿਹੜੀ ਇਹਨਾਂ ਨੂੰ ਪ੍ਰੋਟੋਕੋਲ ਨਹੀਂ ਲੱਭਦਾ, ਸਰਕਾਰੀ ਤੌਰ 'ਤੇ ਇਹਨਾਂ ਨੂੰ ਦੇਖਿਆ ਨਹੀਂ ਜਾਂਦਾ ਕਿ ਯਾਰ ਇਹ ਕਿਸ ਤਰ੍ਹਾਂ ਆਪਣੇ ਰਿਜ਼ਕ ਨੂੰ ਮਤਲਬ ਅੱਗੇ ਵਧਾ ਸਕਦੇ ਨੇ। ਇਹਨਾਂ ਲੋਕਾਂ ਨੇ ਆਪਣੀਆਂ ਗੱਡੀਆਂ ਖਤਮ ਕਰਕੇ ਕਿਸੇ ਨੇ ਪ੍ਰਾਪਰਟੀ 'ਚ ਪੈਸਾ ਲਾ ਲਿਆ, ਕਿਸੇ ਨੇ ਹੋਰ ਪਾਸੇ ਲਾ ਲਿਆ। ਕਿਉਂ? ਮਾਮਲਾ ਤੇ ਜ਼ਿੰਦਗੀ ਇਹਨਾਂ ਦੇ ਚੱਲਣ ਦੇ ਦੇਖ ਰਹਿਣ ਦੇ ਨਾ। ਕਿੰਨਾ ਅਰਸਾ ਹੋ ਗਿਆ ਜੀ ਅੱਡੇ ਤੇ? ਤਕਰੀਬਨ 13-14 ਸਾਲ ਹੋ ਗਏ ਨੇ। 14 ਸਾਲ ਵਿੱਚ ਅੱਡੇ ਦੇ ਹਾਲਾਤ ਕੀ ਵੇਖਿਆ ਜੇ ਕਿ ਸੁਧਰੇ ਨੇ ਕਿ ਨਹੀਂ ਸੁਧਰੇ? ਨਹੀਂ, ਇਹ ਲਾਰੀ ਜਿਹੜਾ ਕਦੀ ਨਹੀਂ ਸੁਧਰਿਆ, ਇਹ ਹਮੇਸ਼ਾ ਥੱਲੇ ਦਾ ਥੱਲੇ ਹੀ ਗਿਆ, ਉੱਤੇ ਇਹ ਕਦੀ ਨਹੀਂ ਗਿਆ। ਇਹਦੇ ਮਾਮਲਾਤ ਹਮੇਸ਼ਾ ਥੱਲੇ। 15 ਸਾਲ ਪਹਿਲੇ ਬਿਹਤਰ ਹੈ ਕਿ ਹੁਣ ਬਿਹਤਰ? ਨਹੀਂ, 15 ਸਾਲ ਪਹਿਲੇ ਕਾਫੀ ਬਿਹਤਰ ਸਨ। ਇੱਕ ਟਰਾਂਸਪੋਰਟਰ ਸੀ, ਫਾਰ ਐਗਜ਼ਾਮਪਲ ਅੱਜ ਤੋਂ 15 ਸਾਲ ਪਹਿਲਾਂ ਅਗਰ ਗੱਡੀ ਦਾ ਮਾਲਕ
ਦਿਨ ਦਾ 20 ਤੋਂ 30 ਹਜ਼ਾਰ ਰੁਪਇਆ ਕਮਾ ਰਿਹਾ ਸੀ ਨਾ ਇੱਕ ਗੱਡੀ, ਦੋ ਗੱਡੀਆਂ ਦਾ ਮਾਲਕ ਜਾਂ ਇੱਕ ਗੱਡੀ ਦਾ ਮਾਲਕ, ਤੇ ਅੱਜ ਦੀ ਤਾਰੀਖ ਦੇ ਵਿੱਚ ਉਹ ਸ਼ਾਇਦ ਮਹੀਨੇ ਦੇ ਵਿੱਚ 20 ਤੋਂ 30 ਹਜ਼ਾਰ ਨਹੀਂ ਕਮਾ ਰਿਹਾ। ਅੱਛਾ ਮੈਨੂੰ ਦੱਸਿਓ ਕਿ ਲਾਰੀ ਅੱਡੇ ਵਿੱਚ ਜਿਹੜੀਆਂ ਦੁਕਾਨਾਂ ਹੁੰਦੀਆਂ ਨੇ ਉਹਨਾਂ ਦੇ ਕਾਰੋਬਾਰ ਤੇ ਕੀ ਅਸਰ ਪਿਆ, ਟਰਾਂਸਪੋਰਟ ਦੇ ਤੇ ਦੇਖੋ ਕੀ ਪਿਆ? ਲਾਰੀ ਅੱਡੇ ਸਵਾਰੀ ਆਈ ਦੀ ਤੇ ਕਾਰੋਬਾਰ ਚੱਲਣ ਦੇ, ਅਗਰ ਸਵਾਰੀ ਨਹੀਂ ਆਈ ਦੀ ਤੇ ਗੱਡੀ ਦਾ ਕੰਮ ਨਹੀਂ ਚੱਲੇਗਾ, ਗੱਡੀ ਦਾ ਨਿਜ਼ਾਮ ਨਹੀਂ ਚੱਲੇਗਾ, ਦੁਕਾਨਾਂ ਦਾ ਵੀ ਮਾਮਲਾ ਨਹੀਂ ਚੱਲਣ ਲੱਗੇ। ਇਹ ਚੀਜ਼ ਅਸੀਂ ਇਹਨਾਂ ਦੇ ਨਾਲ ਲਾਜ਼ਮੋ ਮਲਜ਼ੂਮ ਆ, ਸਮਝ ਆਈ। ਤੇ ਅਗਰ ਵੇਖਿਆ ਜੇ ਤੇ ਹਕੂਮਤੀ ਲੈਵਲ ਤੇ ਇਹਨਾਂ ਨੂੰ ਸਪੋਰਟ ਕਿਉਂ ਨਹੀਂ ਆਉਂਦੀ ਹੈ? ਫਾਰ ਐਗਜ਼ਾਮਪਲ ਹੁਣ ਇੱਕ ਗੱਡੀ ਇੱਥੋਂ ਜਾਂਦੀ ਹੈ ਰਹੀਮ ਯਾਰ ਖਾਂ ਜਾਂਦੀ ਹੈ ਜਾਂ ਫਿਰ ਬਾਵਲਪੁਰ ਜਾਂਦੀ ਹੈ, ਮਤਲਬ ਕਿਸੇ ਵੀ ਦੂਰ ਦਰਾਜ਼ ਇਲਾਕੇ ਜਾਂਦੀ ਹੈ ਜਿਹਨਾਂ 4 ਤੋਂ 500 ਕਿਲੋਮੀਟਰ ਸਫ਼ਰ ਕਰਕੇ ਜਾਂਦੀ ਹੈ, ਤੇ ਉਹਦੇ ਇੱਥੋਂ ਲੈ ਕੇ ਉੱਥੋਂ ਵਾਪਸ ਆਉਣ ਤੱਕ, ਵਾਪਸ ਮਤਲਬ ਜਿਹੜਾ ਇਹਨੇ ਚੱਕਰ ਇੱਕ ਲਾ ਕੇ ਆਉਣਾ ਹੈ, ਗੌਰਮੈਂਟ ਲੈਵਲ ਤੇ 50 ਤੋਂ 60 ਹਜ਼ਾਰ ਰੁਪਏ ਟੈਕਸ ਲਿਆ ਜਾਂਦਾ ਇਹਨਾਂ ਕੋਲ। ਹੁਣ ਖੁਦ ਸੋਚੋ, ਅਗਰ ਇੱਕ ਗੱਡੀ ਦਾ ਮਾਲਕ ਇੱਕ ਚੱਕਰ ਦਾ 50 ਤੋਂ 60 ਹਜ਼ਾਰ ਰੁਪਏ ਟੈਕਸ ਦੇ ਰਿਹਾ ਹੈ ਤੇ ਉਹਨੇ ਕਮਾਣਾ ਕੀ ਹੈ ਤੇ ਇੱਥੇ ਰਹਿਣਾ ਕੀ ਹੈ ਉਹਨੇ? ਅੱਛਾ ਆਖਰ ਵਿੱਚ ਮੈਨੂੰ ਇਹ ਦੱਸਿਓ ਕਿ ਸਮਝਦੇ ਹੋ ਕਿ ਕੀ ਚੀਜ਼ ਬਿਹਤਰ ਹੋਵੇ ਤੇ ਅੱਡਾ ਦੁਬਾਰਾ ਕਾਮਯਾਬ ਹੋ ਸਕਦਾ ਜਿਵੇਂ 15 ਸਾਲ ਪਹਿਲੇ ਆਇਆ? ਸਰ ਵੇਖੋ, ਅੱਜ ਦੀ ਤਾਰੀਖ ਦੇ ਵਿੱਚ ਅਗਰ ਵੇਖਿਆ ਜੇ ਨਾ ਤੇ ਸਾਡਾ ਹਮਸਾਇਆ ਮੁਲਕ ਹੈ, ਹਮੇਸ਼ਾ ਅਸੀਂ ਉਹਦੇ ਮਾਮਲਾ ਚਲੋ ਠੀਕ ਹੈ, ਜਿਹੜੇ ਦੁਸ਼ਮਣੀ ਲੈਵਲ ਤੇ ਠੀਕ ਨੇ ਉਹ ਮਾਮਲਾ, ਲੇਕਿਨ ਵੇਖੋ 2020-21 ਦੇ ਵਿੱਚ ਹੀ ਉਹਨਾਂ ਇਲੈਕਟ੍ਰਿਕ ਬੱਸਾਂ ਤੇ ਇਲੈਕਟ੍ਰਿਕ ਮਾਮਲਾ ਤੇ ਉਹਨਾਂ ਜ਼ਿੰਦਗੀ ਜਿਹੜੀ ਹੈ ਨਾ ਉਹ ਟ੍ਰਾਂਸਫਰ ਕਰਨਾ ਸ਼ੁਰੂ ਕਰ ਦਿੱਤੀ ਸੀ। ਜਿੰਨੀਆਂ ਵਹੀਕਲਸ ਨੇ ਉਹ ਸਾਰੀਆਂ ਇਲੈਕਟ੍ਰਿਕ ਦੇ ਵਿੱਚ ਆ ਗਈਆਂ ਹਨ। ਇਹ ਪੂਰੇ ਗੁਜਰਾਤ ਲਾਰੀ ਅੱਡੇ ਦੇ ਵਿੱਚ ਕਮ ਹੋਵੇਸ਼ 500 ਤੋਂ 1000 ਗੱਡੀ ਹੈ। 500 ਤੋਂ 1000 ਗੱਡੀ ਦੇ ਵਿੱਚ ਇੱਕ ਵੀ ਇਲੈਕਟ੍ਰਿਕ ਗੱਡੀ ਨਹੀਂ ਹੈ। ਕਿਉਂ? ਕਿਉਂਕਿ ਅਸੀਂ ਇਹਨਾਂ ਨੂੰ ਪ੍ਰਮੋਟ ਨਹੀਂ ਕਰਦੇ। ਅਸੀਂ ਦੁਨੀਆ ਤੋਂ 10 ਤੋਂ 15 ਸਾਲ ਪਿੱਛੇ ਜਾ ਰਹੇ ਹਾਂ। ਕਿਉਂ? ਸਾਨੂੰ ਹਕੂਮਤੀ ਲੈਵਲ ਤੇ ਪ੍ਰੋਟੋਕੋਲ ਨਹੀਂ ਮਿਲਦਾ। ਇਹ ਗੱਡੀ ਅਗਰ ਕਿਸੇ ਮਾਲਕ ਨੂੰ ਪੁੱਛੋ ਨਾ ਕਿ ਯਾਰ ਅਸੀਂ ਕੀ ਕਰੀਏ, ਅਗਰ ਇਲੈਕਟ੍ਰਿਕ ਗੱਡੀ ਲੈ ਵੀ ਤਾਂ ਕੀ ਕਰੀਏ? ਹੁਣ ਗੁਜਰਾਤ ਸ਼ਹਿਰ ਦੇ ਵਿੱਚ ਇਲੈਕਟ੍ਰਿਕ ਸਟੇਸ਼ਨ ਹੈ ਹੀ ਨਹੀਂ ਜਿੱਥੋਂ ਗੱਡੀ ਚਾਰਜ ਕੀਤੀ ਜਾ ਸਕਦੀ ਹੈ। ਇਸ ਤਰ੍ਹਾਂ ਦੇ ਮਾਮਲਾ ਵੇਖੇ ਜਾਣ, ਇਹਦਾ ਮਤਲਬ ਕੀ ਹੈ? ਇਹਨਾਂ ਨੂੰ ਅਸੀਂ ਬਹੁਤ ਪਿੱਛੇ ਹਾਂ, ਅਸੀਂ ਤੇ ਹੱਦ ਤੋਂ ਜ਼ਿਆਦਾ ਪਿੱਛੇ ਹਾਂ ਨਾ। ਅਗਰ ਛੋਟਾ ਜਿਹਾ ਮੁਲਕ ਹੈ ਨਾਲ ਨੇਪਾਲ ਹੈ, ਬੰਗਲਾਦੇਸ਼ ਸਾਡੇ ਤੋਂ ਬਾਅਦ ਆਜ਼ਾਦ ਹੋਇਆ, ਇਹਨਾਂ ਦੇ ਮਾਮਲਾ ਵੇਖ ਲਓ, ਅਸੀਂ ਇਹਨਾਂ ਤੋਂ ਬਹੁਤ ਪਿੱਛੇ ਜਾ ਰਹੇ ਹਾਂ। ਉਹਨਾਂ ਦੀ ਇੰਡਸਟਰੀ ਵੇਖ ਲਓ, ਉਹਨਾਂ ਦੇ ਮਾਮਲਾ ਵੇਖ ਲਓ, ਬਹੁਤ ਪਿੱਛੇ ਹਾਂ ਅਸੀਂ। ਅੱਛਾ ਸਰ ਮੈਨੂੰ ਦੱਸਿਓ ਕਿ ਅੱਡੇ ਦੇ ਹਾਲਾਤਾਂ ਵਿੱਚ ਕੀ ਵੇਖਦੇ ਹੋ ਕਿ ਪਹਿਲੇ ਨਾਲੋਂ ਬਿਹਤਰੀ ਆਈ ਹੈ ਕਿ ਅੱਡਾ ਜਿਹੜਾ ਨਾ ਉਹ ਤਬਾਹ ਜਾਂ ਬਰਬਾਦ ਹੋ ਕੇ ਰਹਿ ਗਿਆ, ਤੇ ਕਿੰਨਾ ਅਰਸਾ ਹੋਗਾ ਜੀ ਲਾਰੀ ਅੱਡੇ ਤੇ? ਸਰ ਤਕਰੀਬਨ ਸਾਨੂੰ ਹੋ ਗਏ ਨੇ 14-15 ਸਾਲ ਹੋ ਗਏ ਨੇ। ਸਹੀ ਹੈ। ਤੇ ਤਕਰੀਬਨ 3-4 ਸਾਲ ਹੋਏ ਲਾਰੀ ਦਾ ਦਿਨ ਬ ਦਿਨ ਪਿੱਛੇ ਹੀ ਜਾ ਰਿਹਾ, ਕਿਉਂਕਿ ਡੀਜ਼ਲ ਇੰਨੇ ਮਹਿੰਗੇ ਹੋ ਗਏ ਨੇ, ਸਪੇਅਰ ਪਾਰਟ ਇੰਨੇ ਮਹਿੰਗੇ ਹੋ ਗਏ ਨੇ, ਜਿਹਦੇ ਵਜ੍ਹਾ ਮਾਲਕਾਂ ਨੇ ਗੱਡੀਆਂ ਵੇਚਣੀਆਂ ਸ਼ੁਰੂ ਕਰ ਛੱਡੀਆਂ ਨੇ। ਸਵਾਰੀ ਬਹੁਤ ਘੱਟ ਹੋ ਗਈ ਹੈ, ਆਵਾਮ ਪਰੇਸ਼ਾਨ। ਵੇਖ ਲਓ ਅੱਡੇ ਦੇ ਹਾਲਾਤ, ਕੋਈ ਸ਼ੈ ਨਹੀਂ ਹੈ ਵੀ। ਇਹ ਵੇਖ ਲਓ ਕਾਰੋਬਾਰ, ਕੋਈ ਬੰਦਾ ਨਹੀਂ, ਨਾ ਕੋਈ ਖਾਣ ਵਾਲਾ ਨਾ ਕੋਈ ਪੀਣ ਵਾਲਾ, ਆਵਾਮ ਪਰੇਸ਼ਾਨ ਹੈ। ਕੀ ਸਮਝਦੇ ਹੋ ਕਿ ਟਰਾਂਸਪੋਰਟ ਨੂੰ ਜ਼ਿਆਦਾ ਨੁਕਸਾਨ ਆਇਆ ਕਿ ਤੁਹਾਨੂੰ ਵੀ ਜ਼ਿਆਦਾ ਨੁਕਸਾਨ? ਦੇਖੋ ਜੀ, ਲਾਰੀ ਅੱਡਾ ਕੋਈ ਵੀ ਲਾਰੀ ਅੱਡਾ ਟਰਾਂਸਪੋਰਟ ਦੇ ਸਿਰ ਤੇ ਚੱਲ ਰਿਹਾ ਹੈ। ਜਦੋਂ ਟਰਾਂਸਪੋਰਟ ਨਹੀਂ ਚੱਲਣੀ ਹੈ ਵੀ ਤੇ ਕਾਰੋਬਾਰ ਦੇ ਸਾਰੇ ਠੱਪ ਹੀ ਨੇ। ਕੀ ਸਮਝਦੇ ਹੋ ਕਿਵੇਂ ਬਿਹਤਰ ਹੋ ਸਕਦੇ ਨੇ? ਦੇਖੋ ਜੀ, ਇਹ ਤੇ ਹੁਣ ਘੁੰਮਣ ਚਾਹੀਦਾ ਨੇ ਕਿ ਡੀਜ਼ਲ ਦੇ ਵਿੱਚ ਪੈਟਰੋਲ ਵੀ ਸਸਤਾ ਕਰੇ ਤੇ ਫੇਰ ਹੀ ਹੈ ਨਾ ਆਵਾਮ ਨੂੰ ਕੋਈ ਰਿਲੀਫ ਦੇ, ਕੋਈ ਬੰਦਾ ਘਰੋਂ ਬਾਹਰ ਨਿਕਲੇ, ਕੋਈ ਖਰੀਦੋ ਫਰੋਖਤ ਕਰੇ। ਤੇ ਜਦੋਂ ਆਵਾਮ ਦੇ ਉਹਨੇ ਮਹਿੰਗਾਈ ਨਹੀਂ, ਦੁਨੀਆ ਰੋਟੀ ਤੋਂ ਤੰਗ ਹੈ, ਤੇ ਆਵਾਮ ਕੀ ਕਰੇ ਫਿਰ? ਕਿਸ ਤਰ੍ਹਾਂ ਫਿਰ ਰੇਟ ਹੋ ਅਗਰ ਤੁਸੀਂ ਸਿਰਫ ਇਹਨਾਂ ਦੱਸ ਦਿਓ 15 ਸਾਲਾਂ ਤਜਰਬਾ ਠੀਕ ਹੈ ਤੁਹਾਡਾ ਲਾਰੀ ਅੱਡੇ ਦੇ ਉੱਤੇ, ਤੇ ਕੀ ਸਮਝਦੇ ਹੋ 15 ਸਾਲਾਂ ਵਿੱਚ ਤੁਸੀਂ ਅੱਡੇ ਨੂੰ ਥੱਲੇ ਵੇਖਿਆ ਕਿ ਉੱਤੇ? ਦੇਖੋ ਜੀ, ਤਕਰੀਬਨ ਜਿੰਨੀ ਜਿਹੜੀ ਇਮਰਾਨ ਖਾਨ ਦਾ ਦੌਰ ਹੈ ਤੇ ਕਾਰੋਬਾਰ ਖੁਸ਼ਹਾਲ ਰਹੇ ਨੇ। ਜਿਉਂ ਹਕੂਮਤ ਆਈ ਹੈ ਨੂਨ ਲੀਗ ਦੀ ਤੇ ਕਾਰੋਬਾਰ ਠੱਪ ਹੋ ਗਏ ਨੇ। ਹੁਣ ਲਾਕਡਾਊਨ ਲੱਗ ਗਿਆ, ਅਸੀਂ ਵਿਹਲੇ ਬੈਠੇ ਹਾਂ, 8 ਵਜੇ ਉਹਨੂੰ ਬੰਦ ਕਰ ਛੱਡਣਾ। 15 ਸਾਲ ਤੱਕ ਇੰਦਾ ਹੋਇਆ ਨਹੀਂ ਵੈਸੇ ਇੰਜ ਕਦੇ ਹੋਈ ਨਹੀਂ ਆ ਭਾਈ।